ਕਿਉਂਕਿ ਦੇਖੋ ਜੀ ਇਨਵੈਸਟਰ ਦੇ ਕੋਲ ਹੋ ਸਕਦਾ ਸੇਵਿੰਗ ਪਈ ਆ, ਕੁਛ ਵੀ ਪਿਆ, ਸੋ ਦੇ ਕੈਨ ਬੇਅਰ ਦ ਰਿਸਕ। ਪਰ ਜਦੋਂ ਇੱਕ ਨੋਰਮਲ ਪਰਸਨ ਉਹਨਾਂ ਨੂੰ ਦੇਖ ਕੇ ਜੰਪ ਕਰਦਾ, ਉਹ ਬੇਅਰ ਨਹੀਂ ਕਰ ਸਕਦਾ ਰਿਸਕ। ਇੱਕ ਜਿਹੜੀ ਆਪਣੇ ਨੀਮ ਹਕੀਮੀ ਵੀ ਹੁੰਦੀ ਹੈ ਨਾ ਹਰ ਚੀਜ਼ 'ਚ, ਵੀ ਜਿਵੇਂ ਕਿਸੇ ਨੂੰ ਜ਼ੁਕਾਮ ਹੋਇਆ ਤੇ ਹਰੇਕ ਨੇ ਆਪੋ ਆਪਣੀ ਦਵਾਈ ਦੱਸ ਦੇਣੀ ਹੁੰਦੀ ਹੈ, ਦਵਾਈ ਦੱਸ ਦੇਣੀ ਹੈ। ਤੇ ਅਸਲ ਗੱਲ ਤੇ ਹੈ ਕਿ ਤੁਹਾਡੀ ਸਿਚੁਏਸ਼ਨ ਕੀ ਹੈ, ਤੁਸੀਂ ਇਹਨੂੰ ਅਸੈਸ ਕਰਾਓ, ਮਿਲੋ ਕਿਸੇ ਨੂੰ। ਅੱਜ ਕੱਲ੍ਹ ਮਾਈਂਡ ਦੇ ਵਿੱਚ ਕਲਾਇੰਟ ਦੇ ਇਹ ਚੱਲਦਾ ਵੀ ਸ਼ਾਇਦ ਅਸੀਂ ਸਟਿਲ ਹਜੇ ਸਸਤਾ ਸੋਲੂਸ਼ਨ ਲੱਭ ਸਕਦੇ ਹਾਂ, ਸਟਿਲ ਹਜੇ ਅਸੀਂ ਏ ਲੈਂਡਰ ਦੇ ਜਾ ਸਕਦੇ ਹਾਂ, ਸਟਿਲ ਹਜੇ ਅਸੀਂ ਬੀ ਲੈਂਡਰ ਦੇ ਜਾ ਸਕਦੇ ਹਾਂ। ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਜੀ, ਆਪਾਂ ਸਿੱਖ ਹੁੰਦੇ ਹਾਂ, ਆਪਾਂ ਫੈਮਿਲੀ ਡਾਕਟਰ ਦੇ ਭੱਜਦੇ ਰਹਿੰਦੇ ਹਾਂ। ਕਿਉਂ ਭੱਜਦੇ ਹਾਂ ਜੀ ਫੈਮਿਲੀ ਡਾਕਟਰ ਦੇ? ਜੀ ਚਲੋ ਛੁੱਟੀ ਨਾ ਕਰਨੀ ਪਵੇ, ਪ੍ਰਿਸਕ੍ਰਿਪਸ਼ਨ ਲਵਾਂਗੇ ਜੀ, ਸਾਡੇ ਕੋਲ ਇੰਸ਼ੋਰੈਂਸ ਪਲਾਨ ਨਹੀਂ ਹੈਗਾ, ਕੀ ਕਰਾਂਗੇ, ਮਹਿੰਗਾ ਪੈ ਜਾਣਾ। ਐਂਡ 'ਤੇ ਫਿਰ ਕੀ ਹੁੰਦਾ ਹੈ ਜੀ, ਐਂਡ 'ਤੇ ਪ੍ਰਿਸਕ੍ਰਿਪਸ਼ਨ 'ਤੇ ਹੀ ਜਾਣਾ ਪੈਂਦਾ, ਕਿਉਂਕਿ ਜਿਹੜੀ ਕੰਟਰੀ 'ਚ ਆਪਾਂ ਬੈਠੇ ਹਾਂ ਭਾਜੀ, ਇੱਥੇ ਆਪਾਂ ਕਿਸੇ ਤੋਂ ਫਾਈਨੈਂਸਿੰਗ ਦੀ ਹੈਲਪ ਨਹੀਂ ਲੈ ਸਕਦੇ। ਅੱਜ ਕੱਲ੍ਹ ਤਾਂ ਆਪਾਂ ਪਾਪਾ ਜੀ ਔਰ ਮੰਮਾ ਜੀ ਤੋਂ ਵੀ ਨਹੀਂ ਲੈ ਸਕਦੇ, ਉਹਨਾਂ ਨੇ ਕਹਿਣਾ ਨਾ ਭਾਈ ਤਾਂ ਅਸੀਂ ਵੀ ਘਰ ਬੁੱਕ ਕਰਾਉਣੇ ਅੱਗੇ। ਆਪਣੀ ਕਮਿਊਨਿਟੀ 'ਚ ਲਾਈਕ ਮੈਂ ਨਹੀਂ ਕਹਿੰਦੀ ਚਲੋ ਆਪਣੀ ਕਮਿਊਨਿਟੀ ਮੋਸਟਲੀ ਵੈਸੇ ਹੈ ਆਪਣੀ ਕਮਿਊਨਿਟੀ ਹੋਈ ਆ ਵਿੱਚ ਇਨਵੋਲਵ ਰਾਈਟ, ਅਤੇ ਉਹਦੇ ਵਿੱਚ ਕੀ ਹੁੰਦਾ ਜੀ, ਉਹ 'ਚ ਇਹ ਦੇਖਿਆ ਜਾਂਦਾ ਨਹੀਂ ਜੀ ਮੇਰੇ ਭਰਾ ਨੇ 2 ਘਰ ਲੈ ਲਏ, ਮੇਰੀ ਭੈਣ ਨੇ 3 ਘਰ ਲੈ ਲਏ, ਜਾਂ ਜੀ ਮੈਂ ਵੀ ਬੁੱਕ ਕਰਾ ਦੇਵਾਂ। ਕੀ ਤੁਸੀਂ ਦੇਖਦੇ ਹੋ ਕਿ ਉਹਦੇ ਘਰ ਦੇ ਵਿੱਚ 4 ਜਾਣੇ ਕਮਾਉਣ ਵਾਲੇ ਅਤੇ ਤੁਸੀਂ ਸਿਰਫ 1 ਕਮਾਉਣ ਵਾਲੇ ਆ? ਉਹ ਦੋਨੋਂ ਹਸਬੈਂਡ ਵਾਈਫ ਨੂੰ ਜੀ ਇੰਗਲਿਸ਼ ਵੀ ਨਹੀਂ ਪੜ੍ਹਨੀ ਆਉਂਦੀ, ਠੀਕ ਹੈ। ਮੇਰੇ ਕੋਲ ਆਏ, ਉਹਨਾਂ ਨੂੰ ਭਾਜੀ 10 ਲੱਖ ਦੇ ਮਗਰ 10% ਫੀਸ ਚਾਰਜ ਕੀਤੀ ਗਈ ਆ, $1,00,000। ਹੁਣ ਦੇਖੋ ਜੀ ਉਹਨਾਂ ਦੇ ਕੋਲ ਪਹਿਲਾਂ ਘਰ ਸੀਗਾ, ਉਹ ਵੇਚਤਾ, ਉਹਨਾਂ ਨੂੰ ਸੀ 3 ਲੱਖ ਦਾ ਪ੍ਰੋਫਿਟ ਨਿਕਲ ਜੂਗਾ, ਅੱਗੇ ਘਰ ਸਸਤਾ ਲੈ ਲਾਂਗੇ। ਘਰ ਵੇਚਿਆ, ਮਹਿੰਗਾ ਹੀ ਘਰ ਫੇਰ ਲੈ ਲਿਆ। ਮੈਨੂੰ ਇਹ ਨਹੀਂ ਸਮਝ ਲੱਗਦੀ ਫਿਰ ਵੇਚਿਆ ਕਿਉਂ ਸੀ। ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਜਿਹੜੀਆਂ ਪ੍ਰੀ ਕੰਸਟਰਕਸ਼ਨ ਕੌਂਡੋਜ਼ ਦੀ ਕਲੋਜ਼ਿੰਗ ਅਗਲੇ ਸਾਲ 'ਚ ਆ ਰਹੀ ਹੈ, ਅਤੇ ਜਿਸ ਤਰ੍ਹਾਂ ਦਾ ਇਸ ਵੇਲੇ ਸੀਨ ਹੈ ਮਾਰਕੀਟ ਦਾ, ਜਿਹਦੇ 'ਚ ਰੇਟ ਆਫ ਇੰਟਰਸਟ ਉੱਤੇ ਗਿਆ, ਅਤੇ ਓਵਰਆਲ ਜਿਹੜੀ ਹਾਊਸਿੰਗ ਮਾਰਕੀਟ ਹੈ ਉਹਦਾ ਜੋ ਸਿਨੈਰੀਓ ਹੈ, ਉਹਨੂੰ ਲੈ ਕੇ ਫਿਕਰਮੰਦੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਅਤੇ ਆਲਰੇਡੀ ਸਾਨੂੰ ਬਹੁਤ ਸਾਰੇ ਸਵਾਲ ਵੀ ਆਉਣੇ ਸ਼ੁਰੂ ਹੋ ਗਏ ਨੇ, ਅਤੇ ਜਿਹੜੇ ਇਸ ਸਿਚੁਏਸ਼ਨ 'ਚ ਫਸੇ ਹੋਏ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸਲਾਹ ਦੀ ਲੋੜ ਜਾਂ ਹੈਲਪ ਦੀ ਲੋੜ ਮਹਿਸੂਸ ਹੋ ਰਹੀ ਹੈ ਸਾਰਿਆਂ ਦੀ, ਕਿਉਂਕਿ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਇਸ ਕਰਕੇ ਕੋਈ ਸਟੈਂਡਰਡ ਆਨਸਰ ਤਾਂ ਭਾਵੇਂ ਨਹੀਂ ਦਿੱਤਾ ਜਾ ਸਕਦਾ, ਪਰ ਅਸੀਂ ਕੁਛ ਓਵਰਆਲ ਜਿਹੜੇ ਕੰਸਰਨ ਨੇ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਹੁਣ ਅਸੀਂ ਕਰਾਂਗੇ। ਅਤੇ ਸਟੂਡੀਓ 'ਚ ਸਾਡੇ ਨਾਲ ਇੱਕ ਵਾਰ ਫੇਰ ਜਿਹੜੇ ਮਹਿਮਾਨ ਨੇ ਉਹਨਾਂ ਦਾ ਇਸ ਖੇਤਰ ਦੇ ਵਿੱਚ ਤਜਰਬਾ ਹੈ, ਮੌਰਗੇਜ ਦੇ ਖੇਤਰ 'ਚ ਲਖਵੀਰ ਜੀ ਨੇ, ਅਤੇ ਸਾਡੇ ਨਾਲ ਸਟੂਡੀਓ 'ਚ ਨੇ। ਸਤਿ ਸ਼੍ਰੀ ਅਕਾਲ ਸ਼ਮੀਲ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਤੇ ਤੇਜਿੰਦਰ ਜੀ ਨੇ, ਤੇਜਿੰਦਰ ਲਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਮੈਂ ਤੇਜਿੰਦਰ ਲਾਲ, ਮੌਰਗੇਜ ਐਡਵਾਈਜ਼ਰ। ਅਤੇ ਆਪਣਾ ਲਖਵੀਰ ਜੀ ਤੁਹਾਡੇ ਕੋਲੋਂ ਹੀ ਸ਼ੁਰੂ ਕਰਦੇ ਹਾਂ। ਇਹ ਜਿਹੜੇ ਪਹਿਲਾਂ ਤੋਂ ਕੁਛ ਅਨੁਮਾਨ ਹੈ ਆਪਣੇ GTA 'ਚ ਕਿੰਨੀਆਂ ਕੁ ਕਲੋਜ਼ਿੰਗ ਜਿਹੜੀਆਂ ਅਗਲੇ ਸਾਲ 'ਚ ਹੋਣ ਵਾਲੀਆਂ ਨੇ, ਜਿਹੜੇ ਪ੍ਰੀ ਕੰਸਟਰਕਸ਼ਨ ਵਾਲੀਆਂ? ਭਾਜੀ ਜੋ ਸਾਡੇ ਕੋਲ ਡਾਟਾ ਆਇਆ ਉਹਦੇ ਵਿੱਚ ਇਹ ਆਇਆ ਕਿ ਨੈਕਸਟ ਈਅਰ 2023 30,000 to 40,000 ਕੰਡੋਮੀਨੀਅਮਸ ਕਲੋਜ਼ ਹੋਣ ਲਈ ਆਉਂਦੀਆਂ ਨੇ GTA। ਬੜਾ ਵੱਡਾ ਨੰਬਰ ਹੈ ਜੀ। ਅਤੇ ਫਿਰ ਇਹ ਔਰ ਇਹਨਾਂ 'ਚੋਂ ਕਾਫੀ ਜ਼ਿਆਦਾ ਇਹੋ ਜਿਹੇ ਹੋਣਗੇ ਜਿਨ੍ਹਾਂ ਲਈ ਇਹ ਕੋਈ ਆਸਾਨ ਕੰਮ ਨਹੀਂ ਹੋਏਗਾ। ਡੈਫੀਨੇਟਲੀ ਜੀ। ਹੁਣ ਕਈਆਂ ਨੇ 5% ਦੇ ਕੇ ਬੁੱਕ ਕਰਾਇਆ, ਕਈਆਂ ਨੇ 10 ਕਰਵਾਇਆ, ਜਾਂ ਕਹਿ ਲਓ ਵਟ ਐਵਰ ਦਾ ਮਿਨੀਮਮ ਰਿਕੁਆਇਰਮੈਂਟ ਬਿਲਡਰ ਵੱਲੋਂ ਹੋਣੀ ਆ ਉਹਦੇ ਥਰੂ ਬੁੱਕ ਕਰਵਾਇਆ ਉਹਨਾਂ ਨੇ, ਰਾਈਟ। ਅਤੇ ਹੁਣ ਜੀ ਉਹ ਇਟਸ ਅ ਟਾਈਮ ਟੂ ਕਲੋਜ਼ ਨਾਓ। ਅਤੇ ਉਹ ਕਲੋਜ਼ਿੰਗ ਲਈ ਹੁਣ ਹੋ ਸਕਦਾ ਕਈਆਂ ਦੇ ਕੋਲ ਡਾਊਨ ਪੇਮੈਂਟ ਨਾ ਹੋਵੇ, ਜਾਂ ਕਈਆਂ ਦੀ ਹੋ ਸਕਦਾ ਕੋਈ ਫਾਈਨੈਂਸ਼ੀਅਲ ਸਿਚੁਏਸ਼ਨਸ ਚੇਂਜ ਹੋ ਗਈਆਂ ਹੁਣ, ਰਾਈਟ, ਐਜ਼ ਕੰਪੈਰੀਜ਼ਨ, ਕਿਉਂਕਿ ਆਪਾਂ ਹਰੇਕ ਇੱਕ ਬਹੁਤ ਡਿਫਰੈਂਟ ਮਾਰਕੀਟ 'ਚੋਂ ਨਿਕਲ ਰਿਹਾ ਇਸ ਟਾਈਮ, ਸਪੈਸ਼ਲੀ ਦਾ ਫਾਈਨੈਂਸਿੰਗ ਮਾਰਕੀਟ ਦੇ ਵਿੱਚੋਂ। ਅਤੇ ਉਹਨਾਂ ਲਈ ਬਹੁਤ ਵੱਡਾ ਚੈਲੰਜ ਹੈ ਜੀ ਇਸ ਟਾਈਮ। ਇਹਨਾਂ 'ਚੋਂ ਤੁਹਾਡਾ ਕੀ ਖਿਆਲ ਹੈ, ਜ਼ਿਆਦਾਤਰ ਇਨਵੈਸਟਮੈਂਟ ਵਾਲੇ ਹੋਣਗੇ? ਇਸ ਟਾਈਮ ਭਾਜੀ ਕਹਿਣਾ ਮੁਸ਼ਕਿਲ ਆ, ਬਟ ਇਹ ਜ਼ਰੂਰ ਮੈਂ ਕਹਿ ਸਕਦੀ ਹਾਂ ਪਰਸੈਂਟੇਜ ਦੇਣੀ ਇਟਸ ਵੈਰੀ ਹਾਰਡ ਵੀ ਕਿੰਨੇ ਇਨਵੈਸਟਰ ਹੋ ਸਕਦੇ ਆ, ਕਿੰਨੇ ਰੈਗੂਲਰ ਬੰਦੇ ਹੋ ਸਕਦੇ ਆ। ਬਟ ਜਿਹੜਾ ਮੇਜਰ ਚੀਜ਼ ਆ ਜੀ ਉਹਦੇ ਵਿੱਚ ਇਹ ਆ ਜਾਂਦਾ ਆ ਕਿ ਹਾਂ ਆਪਾਂ ਨੋਰਮਲ ਲੋਕ ਇਨਵੈਸਟਰ ਨੂੰ ਦੇਖ ਕੇ ਵਿੱਚ ਪੰਗੇ ਜ਼ਰੂਰ ਲੈ ਰਹੇ ਆ, ਕਿਉਂਕਿ ਦੇਖੋ ਜੀ ਇਨਵੈਸਟਰ ਦੇ ਕੋਲ ਹੋ ਸਕਦਾ ਸੇਵਿੰਗ ਪਈ ਆ, ਕੁਛ ਵੀ ਪਿਆ, ਸੋ ਦੇ ਕੈਨ ਬੇਅਰ ਦ ਰਿਸਕ। ਪਰ ਜਦੋਂ ਇੱਕ ਨੋਰਮਲ ਪਰਸਨ ਉਹਨਾਂ ਨੂੰ ਦੇਖ ਕੇ ਜੰਪ ਕਰਦਾ, ਉਹ ਬੇਅਰ ਨਹੀਂ ਕਰ ਸਕਦਾ ਰਿਸਕ, ਰਾਈਟ। ਅਤੇ ਜੇ ਹੁਣ ਮੈਂ ਕਹਾਂ ਵੀ ਟ੍ਰਿਗਰ ਪੁਆਇੰਟ ਆਲਮੋਸਟ ਜੀ 100 ਦੇ ਵਿੱਚੋਂ 50% ਲੋਕਾਂ ਦਾ ਟ੍ਰਿਗਰ ਪੁਆਇੰਟ ਹਿੱਟ ਹੋ ਚੁੱਕਿਆ ਆ ਇੰਟਰਸਟ ਦਾ, ਜਿਹਦੇ ਵਿੱਚ ਕਿ ਜੋ ਪੇਮੈਂਟ ਕਰ ਰਹੇ ਸੀ ਉਹ ਹੁਣ ਐਜ਼ ਇਨਫ ਇੰਟਰਸਟ ਲਈ ਵੀ ਨਹੀਂ ਜਾ ਪਾ ਰਹੀ ਹੈਗੀ। ਸੋ ਬਿਗ ਚੈਲੰਜ ਹੈ ਜੀ। ਅਤੇ ਫਿਰ ਉਹ ਤੋਂ ਬਾਅਦ ਜੇ ਮੈਂ ਲਾਵਾਂ ਵੀ 67% ਤੋਂ ਲੈ ਕੇ 70% ਦੇ ਵਿੱਚ ਜੀ ਇਸ ਟਾਈਮ ਮੋਸਟਲੀ ਸਾਰਿਆਂ ਦੀਆਂ ਫਿਕਸ ਮੌਰਗੇਜਿਸ ਹੋ ਚੁੱਕੀਆਂ ਨੇ, ਕਿਉਂਕਿ ਬੈਂਕ ਉਹਨਾਂ ਨੂੰ ਕਾਲ ਕਰਦੀ ਹੈ, ਕੋਈ ਵੀ ਲੈਂਡਰ, ਡਜ਼ਨਟ ਮੈਟਰ ਬੈਂਕ ਔਰ ਐਨੀ ਲੈਂਡਰ, ਉਹਨਾਂ ਨੂੰ ਕਾਲ ਕਰਦੇ ਆ ਵੀ ਤੁਹਾਡਾ ਟ੍ਰਿਗਰ ਪੁਆਇੰਟ ਹਿੱਟ ਹੋ ਗਿਆ ਜਾਂ ਹੋਣ ਵਾਲਾ ਆ, ਅਤੇ ਹੁਣ ਤੁਹਾਡੇ ਕੋਲ ਆਪਸ਼ਨ ਆ ਤੁਸੀਂ ਫਿਕਸ ਲੈ ਲਓ। ਹੁਣ ਜੀ ਓਬਵੀਅਸਲੀ ਨੋਰਮਲ ਕਲਾਇੰਟ ਡਰ ਜਾਂਦਾ ਆ ਵੀ ਲਾਈਕ ਇਟਸ ਹਾਰਡ, ਕਿਉਂਕਿ ਆਪਾਂ ਨੂੰ ਨਹੀਂ ਪਤਾ ਬੈਂਕ ਆਫ ਕੈਨੇਡਾ ਦੇ ਮਾਈਂਡ 'ਚ ਨੈਕਸਟ ਈਅਰ ਲਈ ਵੀ ਕੀ ਆ।
ਤੇ ਉਹਨਾਂ ਨੇ ਜੀ ਫਿਕਸ ਕਰਾ ਲਿਆ ਤੇ ਜਿਹੜੇ ਬਚੇ 30% ਦੇ ਵਿੱਚੋਂ ਜੀ 16 to 70% ਕਹਿ ਲਓ ਵੀ ਆਪਾਂ ਇਨਵੈਸਟਰ ਨੇ ਜਿਨ੍ਹਾਂ ਨੂੰ ਦੇ ਕੈਨ ਬੇਅਰ ਦਾ ਰਿਸਕ ਤੇ ਜਿਹੜੇ ਬਚੇ 60-70% ਨੇ ਭਾਜੀ ਉਹ ਇਸ ਟਾਈਮ ਰਗੜੇ ਚ ਆਏ ਆ। ਬੜੀ ਬੁਰੀ ਸਿਚੁਏਸ਼ਨ ਹੈ ਬੁਰੀ ਕਈਆਂ ਵਾਸਤੇ। ਸਿਚੁਏਸ਼ਨ ਹੈ ਜੀ ਡੈਫੀਨੇਟਲੀ ਕਿਉਂਕਿ ਇਸ ਟਾਈਮ ਜੀ ਇਟਸ ਵੈਰੀ ਹਾਰਡ ਕਿਉਂਕਿ ਇੱਕ ਸਹੀ ਐਡਵਾਈਸ ਵੀ ਨਹੀਂ ਮਿਲ ਪਾ ਰਹੀ ਹੈਗੀ। ਲੋਕ ਡਰੇ ਹੋਏ ਆ, ਉਹ ਜੋ ਮਿਲਦਾ ਉਹ ਗ੍ਰੈਬ ਕਰ ਲੈਂਦੇ ਆ ਫਿਰ ਤੇ ਅੱਗੇ ਜਾ ਕੇ ਉਹਦੇ ਕੀ ਐਡਵਾਂਟੇਜ ਆ ਡਿਸਐਡਵਾਂਟੇਜ ਆ ਉਹ ਨਹੀਂ ਸੋਚਿਆ ਜਾ ਰਿਹਾ। ਦੇਖੋ ਇਸ ਚੀਜ਼ ਨੂੰ ਮੈਂ ਅੰਡਰਸਟੈਂਡ ਕਰਦਾ ਵੀ ਇਹਦੇ ਕੋਈ ਸਟੈਂਡਰਡ ਆਨਸਰ ਤੇ ਹੋ ਨਹੀਂ ਸਕਦਾ, ਸਟੈਂਡਰਡ ਸੋਲੂਸ਼ਨ Definitely ਨਹੀਂ ਹੋ ਜੀ। ਸਕਦਾ ਕਿ ਸਾਰਿਆਂ ਨੂੰ ਕੋਈ ਇੱਕੋ ਚੀਜ਼ ਅਸੀਂ ਔਨ 에ਅਰ ਕਿਸੇ ਨਾਲ ਡਿਸਕਸ ਕੀਤੀ ਜਾ ਸਕੇ, ਪਰ ਫਿਰ ਵੀ ਕੀ ਆਪਸ਼ਨ ਹੋ ਸਕਦੀਆਂ ਨੇ ਥੋੜਾ ਉਹਨਾਂ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੇ। ਲਖਵੀਰ ਜੀ ਜਿਵੇਂ ਗੱਲ ਅਸੀਂ ਕਰ ਰਹੇ ਸੀਗੇ ਕਿ ਸਿਚੁਏਸ਼ਨ ਤੇ ਕੰਪਲਿਕੇਟਡ ਹੈ ਡੈਫੀਨੇਟਲੀ ਜੀ ਔਰ ਇਹਦੇ 'ਚ ਕੋਈ ਇੱਕ ਸੋਲੂਸ਼ਨ ਵੀ ਸਾਰਿਆਂ ਲਈ ਨਹੀਂ ਹੋ ਸਕਦਾ ਡੈਫੀਨੇਟਲੀ ਜੀ ਤੇ ਪਰ ਇਹ ਹੈ ਕਿ ਥੋੜ੍ਹੀਆਂ ਬਹੁਤ ਕੁਝ ਆਪਸ਼ਨਸ ਹੋ ਸਕਦੀਆਂ ਨੇ ਤਾਂ ਕਿ ਉਸ ਪੇਨ ਨੂੰ ਥੋੜਾ ਘਟਾਇਆ ਜਾ ਸਕੇ। ਹਾਂਜੀ ਡੈਫੀਨੇਟਲੀ ਜੀ। ਹੁਣ ਜਿਵੇਂ ਮੈਂ ਤੁਹਾਨੂੰ ਆਪਾਂ ਡਿਸਕਸ ਕਰਦੇ ਸੀਗੇ ਕਿ ਬ੍ਰੇਕ ਤੋਂ ਪਹਿਲਾਂ ਕਿ ਪ੍ਰੀ ਕੰਸਟਰਕਸ਼ਨ ਆ ਰਹੀਆਂ ਨੇ ਡੈਫੀਨੇਟਲੀ ਜੀ ਆ ਰਹੀਆਂ ਨੇ ਕਿਉਂਕਿ ਸਭ ਨੂੰ ਪਤਾ ਵੀ ਪ੍ਰੀ ਕੰਸਟਰਕਸ਼ਨਸ ਬਹੁਤ ਧੜਾ ਵਿਕੀਆਂ ਸੀਗੀਆਂ ਉਹ ਕੁਛ ਹੁਣ ਨੈਕਸਟ ਈਅਰ ਕਲੋਜ਼ ਨਹੀਂ ਆ ਕੁਛ ਅੱਗੇ ਕਲੋਜ਼ ਨਹੀਂ ਗਈਆਂ ਤੇ ਉਹਦੇ ਵਿੱਚ ਜੀ ਓਬਵੀਅਸਲੀ ਜਿਵੇਂ ਕਿ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਵੀ ਹਰੇਕ ਲਈ ਇੱਕ ਸੋਲੂਸ਼ਨ ਨਹੀਂ ਹੋ ਸਕਦਾ ਕਿਉਂਕਿ ਡਿਫਰੈਂਟ ਫਾਈਨੈਂਸਿੰਗਸ ਨੇ ਹਰੇਕ ਦੀਆਂ ਰਾਈਟ ਸਿਚੁਏਸ਼ਨ ਡਿਫਰੈਂਟ ਆ ਤੇ ਬਟ ਉਹਦੇ ਵਿੱਚ ਹਾਂ ਹੋ ਸਕਦਾ ਆ ਜੀ ਕਿਉਂਕਿ ਬਹੁਤ ਅੱਛੇ ਪ੍ਰੋਗਰਾਮਸ ਹੈਗੇ ਆ ਸਟਿਲ ਮਾਰਕੀਟ ਦੇ ਵਿੱਚ ਜਿਹੜੇ ਕਿ ਇੱਕ ਤੁਹਾਨੂੰ ਐਕੁਇਟੀ ਬੇਸ ਤੇ ਤੁਹਾਡੀ ਡੀਲ ਕਲੋਜ਼ ਕਰ ਸਕਦੇ ਆ ਅਪ ਟੂ ਪਰਚੇਜ਼ ਪ੍ਰਾਈਸ। ਸੋ ਜਿਹੜੀਆਂ ਕਿਸੇ ਨੇ ਪਿੱਛੇ ਜੇ ਘੱਟ ਪ੍ਰਾਈਸ ਤੇ ਬੁੱਕ ਕਰਾਇਆ ਸੀ ਅੱਜ ਉਹਦੀ ਵੱਧ ਆ ਜਾਂਦੀ ਹੈ ਦੈਨ ਡੈਫੀਨੇਟਲੀ ਸੋਲੂਸ਼ਨ ਇਜ਼ ਸਟਿਲ ਦੇਅਰ ਬਟ ਦ ਓਨਲੀ ਥਿੰਗ ਇਜ਼ ਕਿ ਯੂ ਨੀਡ ਟੂ ਸਿਟ ਵਿਦ ਐਕਸਪੀਰੀਅੰਸ ਪਰਸਨ। ਮੈਂ ਨਹੀਂ ਕਹਿੰਦੀ ਮੇਰੇ ਨਾਲ ਬੈਠੋ ਲਾਈਕ ਇਹ ਆ ਵੀ ਇਹ ਨਾ ਸੋਚੋ ਵੀ ਹਾਂ ਹੁਣ ਹੋਣਾ ਨਹੀਂ ਕੁਛ ਤਾਂ ਜੀ ਸਾਨੂੰ ਪ੍ਰਾਈਵੇਟ 'ਚ ਹੀ ਜਾਣਾ ਪੈਣਾ ਜਾਂ ਜੀ ਸਾਨੂੰ ਹੁਣ ਕੁਛ ਹੋ ਨਹੀਂ ਸਕਦਾ ਹੈਗਾ ਲਾਈਕ ਇਹ ਰੋਣ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਹਾਂ ਸਟਿਲ ਸੋਲੂਸ਼ਨ ਹੈਗਾ ਆ ਬਟ ਗੱਲ ਉਹੀ ਆ ਜਾਂਦੀ ਹੈ ਭਾਜੀ ਕਿ ਜਦੋਂ ਤੁਸੀਂ ਕਿਸੇ ਕੋਲ ਜਾਂਦੇ ਹੋ ਇੱਕ ਸੋਲੂਸ਼ਨ ਮੂਹਰੇ ਪਿਆ ਚੱਕ ਕੇ ਅਗਲੇ ਨੇ ਉਹ ਫੜਾ ਦੇਣਾ। ਇੱਕ ਸੋਲੂਸ਼ਨ ਇਹ ਆ ਵੀ ਤੁਸੀਂ 5 ਜਾਂ 6 ਲੈਂਡਰ ਡਿਗਨ ਕਰਦੇ ਆ ਜਾਂ ਤੁਸੀਂ 10 ਲੈਂਡਰ ਵੀ ਡਿਗਨ ਕਰਦੇ ਆ ਤੇ ਫਿਰ ਤੁਹਾਡੇ ਕੋਲ ਸੋਲੂਸ਼ਨ ਆਉਂਦਾ ਆ। ਇੱਕ ਜਿਹੜੀ ਆਪਣੇ ਨੀਮ ਹਕੀਮੀ ਵੀ ਹੁੰਦੀ ਹੈ ਨਾ ਹਰ ਚੀਜ਼ 'ਚ ਵੀ ਜਿਵੇਂ ਕਿਸੇ ਨੂੰ ਜ਼ੁਕਾਮ ਹੋਇਆ ਤੇ ਹਰੇਕ ਨੇ ਆਪੋ ਆਪਣੀ ਦਵਾਈ ਦੱਸ ਦੇਣੀ ਹੁੰਦੀ ਹੈ ਦਵਾਈ ਦੱਸ ਦੇਣੀ ਹੈ ਤੇ ਅਸਲ ਗੱਲ ਤੇ ਹੈ ਕਿ ਤੁਹਾਡੀ ਸਿਚੁਏਸ਼ਨ ਕੀ ਹੈ ਤੁਸੀਂ ਇਹਨੂੰ ਅਸੈਸ ਕਰਾਓ ਮਿਲੋ ਕਿਸੇ ਨੂੰ। ਹੁਣ ਜਿਵੇਂ ਭਾਜੀ ਸਭ ਦੇ ਪ੍ਰੀ ਕੰਸਟਰਕਸ਼ਨ ਨੇ ਜਿਨ੍ਹਾਂ ਦੇ ਕਲੋਜ਼ ਹੋਣ ਵਾਲੇ ਹੁੰਦੇ ਉਹਨਾਂ ਨੂੰ ਲੈਟਰਸ ਆ ਗਈਆਂ ਹੋਣੀਆਂ ਨੇ ਵੀ ਆਹ ਤੁਹਾਡੀ ਕੰਫਰਮੇਸ਼ਨ ਆ ਜਾਂ ਨੈਕਸਟ ਕਿਸੇ ਨੂੰ ਪਤਾ ਹੀ ਹੋਣਾ ਜਿਹਨੇ ਬੁੱਕ ਕਰਾਇਆ ਉਹਨੂੰ ਸਭ ਨੂੰ ਪਤਾ ਆ ਤੇ ਉਹਦੇ ਵਿੱਚ ਸੋਲੂਸ਼ਨ ਕੀ ਆ ਜਾਂਦਾ ਭਾਜੀ ਅੱਜ ਕੱਲ੍ਹ ਮਾਈਂਡ ਦੇ ਵਿੱਚ ਕਲਾਇੰਟ ਦੇ ਚੱਲਦਾ ਵੀ ਸ਼ਾਇਦ ਅਸੀਂ ਸਟਿਲ ਹਜੇ ਸਸਤਾ ਸੋਲੂਸ਼ਨ ਲੱਭ ਸਕਦੇ ਹਾਂ ਸਟਿਲ ਹਜੇ ਅਸੀਂ ਇਹ ਲੈਂਡਰ ਦੇ ਜਾ ਸਕਦੇ ਹਾਂ ਸਟਿਲ ਹਜੇ ਅਸੀਂ ਬੀ ਲੈਂਡਰ ਦੇ ਲਾ ਜਾ ਸਕਦੇ ਹਾਂ। ਆਪਣੇ ਆਪ ਨੂੰ ਰਾਈਟ ਵੇ ਡਿਟਰਮਿਨ ਨਾ ਕਰੋ ਪਹਿਲਾਂ ਇੱਕ ਅੱਛੇ ਮੌਰਗੇਜ ਪਰਸਨ ਨਾਲ ਸਿਟ ਕਰੋ ਈਦਰ ਮੀ ਔਰ ਸਮਬਡੀ ਐਲਸ ਆਮ ਨਾਟ ਸੇਇੰਗ ਦੈਟ ਕਿ ਸਾਡੇ ਨਾਲ ਹੀ ਸਿਟ ਕਰੋ ਬਟ ਸਿਟ ਕਰੋ ਤੇ ਆਪਣੇ ਫਿਗਰ ਆਊਟ ਕਰੋ ਸੋਲੂਸ਼ਨ। ਇਹ ਨਾ ਸੋਚੋ ਵੀ 6 ਮਹੀਨੇ ਪਏ ਨੇ ਤਾਂ ਅਸੀਂ ਜੀ ਮਹੀਨਾ ਪਹਿਲਾਂ ਦੇਖ ਲਾਂਗੇ ਜਾਂ 2 ਮਹੀਨੇ ਪਹਿਲਾਂ ਦੇਖ ਲਾਂਗੇ। ਨੋ ਯੂ ਨੀਡ ਟੂ ਵਰਕ ਐਜ਼ ਆਫ ਟੂਡੇ। ਤੇ ਉਹ ਕਹਿੰਦੇ ਆ ਨਾ ਕਿ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਜੀ ਆਪਾਂ ਸਿੱਖ ਹੁੰਦੇ ਆ ਆਪਾਂ ਫੈਮਿਲੀ ਡਾਕਟਰ ਦੇ ਭੱਜਦੇ ਰਹਿੰਦੇ ਹਾਂ। ਕਿਉਂ ਭੱਜਦੇ ਹਾਂ ਜੀ ਫੈਮਿਲੀ ਡਾਕਟਰ ਦੇ ਜੀ ਚਲੋ ਛੁੱਟੀ ਨਾ ਕਰਨੀ ਪਵੇ ਪ੍ਰਿਸਕ੍ਰਿਪਸ਼ਨ ਲਵਾਂਗੇ ਜੀ ਸਾਡੇ ਕੋਲ ਇੰਸ਼ੋਰੈਂਸ ਪਲਾਨ ਨਹੀਂ ਹੈਗਾ ਕੀ ਕਰਾਂਗੇ ਮਹਿੰਗਾ ਪੈ ਜਾਣਾ। ਐਂਡ ਤੇ ਫਿਰ ਕੀ ਹੁੰਦਾ ਹੈ ਜੀ ਐਂਡ ਤੇ ਪ੍ਰਿਸਕ੍ਰਿਪਸ਼ਨ ਤੇ ਹੀ ਜਾਣਾ ਪੈਂਦਾ ਤੇ ਉਹ ਮਹਿੰਗੀ ਪ੍ਰਿਸਕ੍ਰਿਪਸ਼ਨ ਮਿਲਦੀ ਹੈ ਤੇ ਨਾਲੇ ਉੱਪਰੋਂ 'ਚ ਕੰਮ ਤੋਂ ਛੁੱਟੀਆਂ ਵੀ ਕਰਨੀਆਂ ਪੈਂਦੀਆਂ ਨੇਗੀਆਂ। ਸੋ ਇਹ ਆ ਕਿ ਤੁਸੀਂ ਪਹਿਲਾਂ ਹੀ ਆਪਾਂ ਉਹ ਤਰੀਕੇ ਨਾਲ ਚੱਲੀ ਕਿ ਆਪਾਂ ਨੂੰ ਉਹ ਚੀਜ਼ ਦੀ ਨੌਬਤ ਨਾ ਆਵੇ ਕਿਉਂਕਿ ਜਿਹੜੀ ਕੰਟਰੀ 'ਚ ਆਪਾਂ ਬੈਠੇ ਆ ਭਾਜੀ ਇੱਥੇ ਆਪਾਂ ਕਿਸੇ ਤੋਂ ਫਾਈਨੈਂਸਿੰਗ ਦੀ ਹੈਲਪ ਨਹੀਂ ਲੈ ਸਕਦੇ। ਅੱਜ ਕੱਲ੍ਹ ਤਾਂ ਆਪਾਂ ਪਾਪਾ ਜੀ ਔਰ ਮੰਮਾ ਜੀ ਤੋਂ ਵੀ ਨਹੀਂ ਲੈ ਸਕਦੇ। ਉਹਨਾਂ ਨੇ ਕਹਿਣਾ ਨਾ ਭਾਈ ਤਾਂ ਅਸੀਂ ਵੀ ਘਰ ਬੁੱਕ ਕਰਾਉਣੇ ਅੱਗੇ ਉਹਨਾਂ ਨੇ ਵੀ ਨਹੀਂ ਦੇਣੀ ਹੈਗੀ ਆਪਾਂ ਨੂੰ। ਤੇਜਿੰਦਰ ਜੀ ਕਈ ਵਾਰ ਨਾ ਇਸ ਤਰ੍ਹਾਂ ਦਾ ਵੀ ਰਿਐਕਸ਼ਨ ਆਉਂਦਾ ਮੇਰੇ ਕੋਲ ਆਉਂਦੇ ਨੇ ਜੀ ਕਿ ਜੀ ਇਹ ਜਿਹਨਾਂ ਲੋਕਾਂ ਨੇ ਘਰ ਬੁੱਕ ਕੀਤੇ ਨੇ ਇਹ ਇਨਵੈਸਟਰ ਨੇ ਹੁਣ ਇਹ ਫਸੇ ਹੋਏ ਨੇ ਹੁਣ ਤੁਸੀਂ ਕਿਉਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਜੀ ਕਿਉਂਕਿ ਇਹ ਸਾਡਾ ਕੰਮ ਨਹੀਂ ਹੈ ਕਿ ਕਿਸੇ ਨੂੰ ਪਨਿਸ਼ ਕਰਨਾ। ਉਸ ਵੇਲੇ ਵੀ ਅਸੀਂ ਦੱਸਦੇ ਸੀ ਵੀ ਇਸ ਦੌੜ 'ਚ ਨਾ ਪਾਓ ਪਰ ਜਿਹੜੇ ਹੁਣ ਪੈ ਗਏ ਉਹਨਾਂ ਨੂੰ ਪਨਿਸ਼ ਕਰਨਾ ਇਹ ਹੁਣ ਉਹਨਾਂ ਦਾ ਫੈਸਲਾ ਹੈ ਪਰ ਉਹਦੇ 'ਚ ਵੀ ਜਿੱਥੇ ਕਿਤੇ ਹੈਲਪ ਅਵੇਲੇਬਲ ਹੈ ਅਸੀਂ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਤੇ ਫਰਜ਼ ਇਹੀ ਹੈ ਕਿ ਜਿੱਥੇ ਜਿੱਥੇ ਵੀ ਹੈਲਪ ਹੋ ਸਕਦੀ ਸਾਰਿਆਂ ਨਾਲ ਸ਼ੇਅਰ ਭਾਜੀ ਆਪਣੀ ਕਮਿਊਨਿਟੀ 'ਚ ਲਾਈਕ ਮੈਂ ਨਹੀਂ ਕਹਿੰਦੀ ਚਲੋ ਆਪਣੀ ਕਮਿਊਨਿਟੀ ਮੋਸਟਲੀ ਵੈਸੇ ਹੈ ਆਪਣੀ ਕਮਿਊਨਿਟੀ ਹੀ ਆ ਵਿੱਚ ਇਨਵੋਲਵ ਰਾਈਟ ਤੇ ਉਹਦੇ ਵਿੱਚ ਕੀ ਹੁੰਦਾ ਜੀ ਉਹ 'ਚ ਇਹ ਦੇਖਿਆ ਜਾਂਦਾ ਨਹੀਂ ਜੀ ਮੇਰੇ ਭਰਾ ਨੇ 2 ਘਰ ਲੈ ਲਏ ਮੇਰੀ ਭੈਣ ਨੇ 3 ਘਰ ਲੈ ਲਏ ਜਾਂ ਜੀ ਮੈਂ ਵੀ ਬੁੱਕ ਕਰਾ ਦੇਵਾਂ। ਕੀ ਤੁਸੀਂ ਦੇਖਦੇ ਹੋ ਵੀ ਉਹਦੇ ਘਰ ਦੇ ਵਿੱਚ 4 ਜਾਣੇ ਕਮਾਉਣ ਵਾਲੇ ਤੇ ਤੁਸੀਂ ਸਿਰਫ 1 ਕਮਾਉਣ ਵਾਲੇ ਆ। ਤੇ ਹੁਣ ਮੇਰੇ ਕੋਲ ਕਈ ਵਾਰੀ ਆਉਂਦੇ ਆ ਕਹਿੰਦੇ ਨਹੀਂ ਜੀ ਮੇਰੇ ਭਰਾ ਦੀ ਤਾਂ ਮੌਰਗੇਜ ਹੋ ਗਈ ਉਹਨੇ ਤਾਂ ਲੈਂਡਰ ਫੀ ਨਹੀਂ ਦਿੱਤੀ ਉਹਨੇ ਤਾਂ ਆ ਨਹੀਂ ਦਿੱਤਾ ਹੈਗਾ ਆਪਾਂ ਕਿਉਂ ਦੇ ਰਹੇ ਹਾਂ। ਲਾਈਕ ਕੀ ਤੁਸੀਂ ਉਹਨਾਂ ਦੇ ਡਾਕੂਮੈਂਟ ਦੇਖੇ ਜਾ ਕੇ ਉਹਨਾਂ ਦੇ ਕੋਲ ਕੀ ਆ ਕੀ ਉਹਨਾਂ ਨੇ ਤੁਹਾਨੂੰ ਸਾਰੇ ਡਾਕੂਮੈਂਟ ਸ਼ੇਅਰ ਕੀਤੇ ਵੀ ਅਗਲੇ ਨੇ 1 ਮੌਰਗੇਜ ਚੱਕੀ ਹੈ ਜਾਂ 3 ਚੱਕੀਆਂ 4 ਚੱਕੀਆਂ ਨੇ ਬਟ ਹਾਂ ਆਪਾਂ ਉਹਨਾਂ ਦੇ ਮਗਰ ਲਾ ਕੇ ਆਪਣਾ ਕੰਮ ਜ਼ਰੂਰ ਖਰਾਬ ਕਰ ਲੈਂਦੇ ਹਾਂ। ਉਹ ਕਹਿੰਦੇ ਨਾ ਪੰਜਾਬੀ ਦੇ ਵਿੱਚ ਕਹਿੰਦੇ ਆਰੀ ਨੂੰ ਦੰਦੇ ਇੱਕ ਪਾਸੇ ਜਹਾਨ ਨੂੰ ਦੋਨੇ ਪਾਸੇ ਆ। ਬਿਲਕੁਲ
ਸੋ ਮੇਰਾ ਇਹ ਆ ਵੀ ਸਗੋਂ ਕਿ ਕਿਸੇ ਮਗਰ ਲੱਗ ਕੇ ਕਰਾਊਡ ਨੂੰ ਫੋਲੋ ਨਾ ਕਰੋ, ਆਪਣੀ ਅਲੱਗ ਲਾਈਨ ਬਣਾ ਕੇ ਜਾਓ, ਕਰਾਊਡ ਨੂੰ ਫੋਲੋ ਨਾ ਕਰੋ, ਕਿਉਂਕਿ ਜਦੋਂ ਤੁਸੀਂ ਕਰਾਊਡ ਨੂੰ ਫੋਲੋ ਕਰਦੇ ਜੀ ਇੱਕ ਗਿਰਦਾ ਤਾਂ ਮਗਰ ਸਾਰੇ ਗਿਰਦੇ ਆ, ਜੋ ਕਿ ਹੁਣ ਹੋਇਆ ਆ। ਤੇ ਜੇ ਤੁਸੀਂ ਆਪਣੀ ਲਾਈਨ ਬਣਾ ਕੇ ਜਾਂਦੇ ਹੋ, ਹੁਣ ਕਿਸੇ ਨੇ ਕਿਹਾ ਨਹੀਂ ਜੀ ਮੈਂ ਤਾਂ 4 ਘਰ ਬੁੱਕ ਕਰਾ ਲਏ, ਤੁਸੀਂ ਕਿਹਾ ਨਹੀਂ ਭਾਈ ਮੇਰੇ ਕੋਲ ਤਾਂ ਹਜੇ ਇੱਕੇ ਠੀਕ ਆ, ਮੈਂ ਤਾਂ ਆਪਣੇ ਪਰਿਵਾਰ ਨਾਲ ਵੀ ਸਮਾਂ ਕੱਢਣਾ ਆ। ਸਗੋਂ ਕਿ ਜਦੋਂ ਬੰਦਾ ਅੱਗੇ ਜਾ ਕੇ 4 ਬੁੱਕ ਕਰਾ ਕੇ ਅੱਜ ਦੀ ਸਿਚੁਏਸ਼ਨ 'ਚ ਹਾਈ ਹਾਈ ਕਰੂਗਾ ਤੇ ਤੁਸੀਂ ਪੌਪਕੌਰਨ ਲੈ ਕੇ ਆਰਾਮ ਨਾਲ ਦੇਖੋ, ਬੈਠ ਕੇ ਹੱਥ ਦੇ ਵਿੱਚ ਵੀ ਦੇਖੋ ਬੰਦਾ ਕਿੱਥੇ ਫਸਿਆ ਹੋਇਆ ਆ। ਲਾਈਕ ਰੀਅਲ ਸਟੇਟ ਨੂੰ ਬਿਜ਼ਨਸ ਨਾ ਬਣਾਓ, ਕਿਉਂਕਿ ਭਾਜੀ ਗੱਲ ਇਹ ਆ ਕਿ ਰੀਅਲ ਸਟੇਟ ਨੂੰ ਤੁਸੀਂ ਬਿਜ਼ਨਸ ਬਣਾ ਲੈਂਦੇ ਨੇ, ਅੱਜ ਉਹ ਇੰਨਾ ਇਫੈਕਟ ਨਹੀਂ ਕਰਦਾ, ਡਾਊਨ ਔਨ ਦਾ ਰੋਡ ਉਹਨੇ ਤੁਹਾਡੇ ਬੱਚਿਆਂ ਨੂੰ ਇਫੈਕਟ ਕਰਨਾ ਆ, ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਫੈਕਟ ਕਰਨਾ। ਹੁਣ ਆਪਾਂ ਆ ਜੀ ਆਪਾਂ ਕਮਾਈ ਕਰਦੇ ਆ, ਮੈਂ ਦੇਖਦੀ ਹਾਂ ਕਈ 7-7 ਦਿਨ ਵੀ ਕੰਮ ਕਰਦੇ ਆ, ਰੋਡ ਤੇ ਵੀ ਰਹਿੰਦੇ ਆ ਟਰੱਕ, ਮੇਰੇ ਭੈਣ ਭਰਾ ਤੇ ਜਨਰਲ ਲੇਬਰ ਤੇ ਭਾਜੀ ਕਿੱਥੇ ਕੰਮ ਕਰਨਾ ਸੌਖਾ ਆ। ਪਰ ਤੁਸੀਂ ਅੱਜ ਕੰਮ ਕਰ ਰਹੇ ਹੋ, ਕਾਹਦੇ ਲਈ ਆਪਾਂ ਕੰਮ ਕਰ ਰਹੇ ਨਹੀਂ ਜੀ ਅਸੀਂ ਵੈਲਥ ਬਣਾ ਦਈਏ, ਅਸੀਂ ਜੀ ਬਹੁਤ ਵੱਡੀਆਂ ਪ੍ਰਾਪਰਟੀਆਂ ਬਣਾ ਦਈਏ। ਕੀ ਕਿਸੇ ਨੂੰ ਇਹ ਪਤਾ ਵੀ ਕੱਲ੍ਹ ਜਾ ਕੇ ਉਹ ਪ੍ਰਾਪਰਟੀਆਂ ਦਾ ਸੁੱਖ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ ਹੈਗਾ? ਵਾਈ ਯੂ ਗਾਇਜ਼ ਆਰ ਨਾਟ ਇੰਜੋਇੰਗ ਯੂਰ ਲਾਈਫ ਨਾਓ? ਫਿਰ 12,000 ਭਾਜੀ ਇੱਕ ਕਲਾਇੰਟ ਦੀ 12,000 ਪੇਮੈਂਟ ਆ, ਕੌਣ ਕਮਾਉਂਦਾ ਜੀ ਇੱਥੇ 12,000 ਮੈਨੂੰ ਦੱਸ ਦਿਓ। ਪਤਾ ਨਹੀਂ ਇਹ ਕੀ ਸੋਚ ਕੇ ਕੀਤਾ ਹੁੰਦਾ ਸਾਰਾ ਕੁਝ। ਹੁਣ ਮੇਰੇ ਕੋਲ ਇੱਕ ਕਲਾਇੰਟ ਆਇਆ ਜੀ, ਆਮ ਨਾਟ ਸੇਇੰਗ ਦੈਟ ਕਲਾਇੰਟ, ਆਮ ਸੇਇੰਗ ਦੈਟ ਇਟਸ ਅ ਵਿਕਟਮ। ਉਹ ਦੋਨੋਂ ਹਸਬੈਂਡ ਵਾਈਫ ਨੂੰ ਜੀ ਇੰਗਲਿਸ਼ ਵੀ ਨਹੀਂ ਪੜ੍ਹਨੀ ਆਉਂਦੀ, ਠੀਕ ਹੈ। ਮੇਰੇ ਕੋਲ ਆਏ, ਉਹਨਾਂ ਨੂੰ ਭਾਜੀ 10 ਲੱਖ ਦੇ ਮਗਰ 10% ਫੀਸ ਚਾਰਜ ਕੀਤੀ ਗਈ ਆ, $1,00,000। ਉਹਨਾਂ ਦੀ ਮੌਰਗੇਜ 8 ਲੱਖ ਦੀ ਹੋਣੀ ਚਾਹੀਦੀ ਸੀ, ਇਸ ਟਾਈਮ ਉਹਨਾਂ ਦੀ ਮੌਰਗੇਜ ਨੀਅਰ ਅਬਾਊਟ 10 ਮਿਲੀਅਨ ਤੋਂ ਲਾਈਕ 1 ਮਿਲੀਅਨ ਤੋਂ ਉੱਤੇ ਆ। ਤੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਤੁਹਾਡੀ ਤਾਂ ਸਿਰਫ 6 ਮਹੀਨੇ ਦੀ ਓਪਨ, 6 ਮਹੀਨੇ ਦੀ ਕਲੋਜ਼ ਆ, ਉਹਨਾਂ ਦੀ ਸਾਲ ਦੀ ਕਲੋਜ਼ ਟਰਮ ਆ ਭਾਜੀ। ਤੇ ਕੁਦਰਤੀ ਉਹ ਮੇਰੇ ਤੋਂ ਪਹਿਲਾਂ ਆ ਗਏ ਤੇ ਉਹਨਾਂ ਦੀ ਪਹਿਲੀ ਕਿਸ਼ਤ ਦਸੰਬਰ 5 ਨੂੰ ਨਿਕਲਣੀ ਸੀ, $7,000, ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਸਾਡੀ ਦਸੰਬਰ 7 ਨੂੰ ਪੇਮੈਂਟ ਨਿਕਲਣੀ ਆ। ਇਸੀ ਕਰਕੇ ਅਸੀਂ ਬਾਰ-ਬਾਰ ਕਹਿੰਦੇ ਆ, ਜਦੋਂ ਵੀ ਤੁਸੀਂ ਕੋਈ ਕਮਿਟਮੈਂਟ ਸਾਈਨ ਕਰਦੇ ਹੋ, ਕੁਐਸਚਨ ਤਾਂ ਪੁੱਛੋ, ਤੁਹਾਡਾ ਹੱਕ ਆ, ਤੁਸੀਂ ਪੇ ਕਰਨੇ ਆ। ਦੇਖੋ ਇੰਨੇ ਜ਼ਿਆਦਾ ਚਾਰਜਸ ਕੋਈ ਰੀਜ਼ਨੇਬਲ ਨਹੀਂ ਹੈਗੇ, ਸੋ ਇਸ ਕਰਕੇ ਬਿਲਕੁਲ ਸ਼ਰੇਆਮ ਲੁੱਟ। ਹੁਣ ਇਸੀ ਕਰਕੇ ਕਹਿੰਦੇ ਆ ਵੀ ਪਲੀਜ਼ ਜੇ ਕਿਸੇ ਦੀ ਕਮਿਟਮੈਂਟ ਵੀ ਆ ਗਈ ਆ, ਠੀਕ ਹੈ ਨਾ, ਫਾਈਨਲ ਸਟੇਜ ਵੀ ਉਹਦੀ ਕੰਪਲੀਟ ਹੋ ਚੁੱਕੀ ਆ, ਫਿਰ ਵੀ ਹੈਜ਼ੀਟੇਟ ਨਾ ਕਰੋ। ਕਿਸੇ ਨੂੰ ਵੀ, ਸਾਨੂੰ ਛੱਡੋ, ਕਿਸੇ ਵੀ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਨੂੰ ਤੁਸੀਂ ਕਾਲ ਕਰੋ, ਇੱਕ ਵਾਰ ਆਪਣੀ ਸਿਚੁਏਸ਼ਨ ਡਿਸਕਸ ਕਰ ਲਓ। ਸ਼ੋਪ ਅਰਾਊਂਡ ਇਜ਼ ਮਸਟ। ਬਿਲਕੁਲ ਬਿਲਕੁਲ ਮਸਟ। ਇੱਕ ਹੋਰ ਵੀ ਇਸ਼ੂ ਹੈ, ਬੈਂਕਰਪਟਸੀ ਦਾ ਵੀ ਇੱਕ ਹੁਣ ਇਸ਼ੂ ਜਿਹੜਾ ਹੈ ਜੀ ਆ ਰਿਹਾ ਕਾਫੀ ਸਮਾਂ ਆ ਰਿਹਾ। ਮੈਂ ਭਾਜੀ ਓਵਰਆਲ 'ਚ ਇਹੀ ਕਹਿਣਾ ਚਾਹੁੰਦੀ ਹਾਂ, ਆਈ ਅੰਡਰਸਟੈਂਡ ਮਾਰਕੀਟ ਇਜ਼ ਟਫ, ਇਟਸ ਗੋਇੰਗ ਟੂ ਬੀ ਮੋਰ ਟਫ, ਮੈਂ ਇਹ 'ਚ ਕਹਿ ਦਿੰਦੀ ਹਾਂ। ਹੋ ਸਕਦਾ ਜੀ ਜਿਵੇਂ ਹੁਣ ਰੂਮਰ ਇਸ ਟਾਈਮ ਹੈਗਾ ਆ ਜੀ ਬੈਂਕ ਆਫ ਕੈਨੇਡਾ ਨੇ ਅੱਗੇ ਇੰਟਰਸਟ ਨਹੀਂ ਵਧਾਉਣੇ। ਦੇਖੋ ਜੀ ਜਿਹੜਾ ਮਿਸਟਰ ਟਿਫ ਆਪਣਾ ਕੋਈ ਚਾਚਾ ਤਾਇਆ ਨਹੀਂ ਲੱਗਦਾ ਹੈਗਾ ਵੀ ਹਾਂ ਉਹਨੇ ਕਹਿਤਾ ਤਾਂ ਅਸੀਂ ਮੰਨ ਲਿਆ, ਰਾਈਟ। ਤੇ ਜੀ ਇਹ ਤਾਂ ਉਦੋਂ ਹੀ ਪਤਾ ਲੱਗੂਗਾ ਜਦੋਂ ਅਗਲੀਆਂ ਮੀਟਿੰਗਸ ਹੋਣਗੀਆਂ, ਠੀਕ ਹੈ। ਬਟ ਇੱਕ ਗੱਲ ਜ਼ਰੂਰ ਆ ਜੀ, ਇਹ ਜੋ ਅੱਜ 6.45 ਤੇ ਰੇਟ ਚਲਿਆ ਗਿਆ ਆ, ਇਹ ਰਾਈਟ ਵੇ ਉੱਤਰ ਕੇ 2 ਤੇ ਨਹੀਂ ਆਉਣਾ, 3 ਤੇ ਨਹੀਂ ਆਉਣਾ। ਸੋ ਬੀ ਪ੍ਰੀਪੇਅਰ ਯੋਰਸੈਲਫ। ਜਿਹੜਾ ਆਪਾਂ ਕਹਿ ਲੈਣਾ ਆਪਾਂ ਇੱਕ ਅੱਛੇ ਮੋਡ 'ਚ ਬੈਠ ਗਏ ਸੀ, ਇੰਜੋਏ ਕਰ ਲਿਆ ਸੀ ਆਪਾਂ ਨੇ ਉਹ 2% 3% ਰੇਟ, ਉਹ ਅੱਜ ਨਹੀਂ ਹੋਣਾ। ਹੁਣ ਇਹ ਦੇਖੋ ਜੀ, ਅਗਰ ਲੱਖਾਂ ਦੇ ਵਿੱਚ ਓਵਰ ਖੀਜ ਕੇ ਪ੍ਰੋਪਰਟੀ ਤੁਸੀਂ ਬਾਏ ਕੀਤੀ ਹੈ, ਜਦੋਂ ਆਪਾਂ ਲੱਖਾਂ 'ਚ ਨਹੀਂ ਉਦੋਂ ਸੋਚਿਆ, ਤਾਂ ਹੁਣ ਤੁਸੀਂ ਹਜ਼ਾਰਾਂ 'ਚ ਨਹੀਂ ਸੋਚ ਸਕਦੇ ਵੀ ਸਾਨੂੰ ਫੀਸ ਪੈ ਰਹੀ ਆ, ਕਿਉਂਕਿ ਉਹ ਸਾਡੀ ਐਕਟ ਦਾ ਹੀ ਨਤੀਜਾ ਆ, ਠੀਕ ਹੈ ਨਾ। ਸੋ ਇਹ ਚੀਜ਼ ਹੋ ਜਾਂਦੀ ਹੈ ਜੀ, ਨੋਟ ਅ ਸੱਚ ਕਾਈਂਡ ਆਫ ਥਿੰਗ ਵੀ ਸੋਲੂਸ਼ਨ ਨਹੀਂ ਹੈਗੇ, ਸੋਲੂਸ਼ਨ ਹੈਗੇ ਆ ਭਾਜੀ। ਏ ਲੈਂਡਰ ਹੁੰਦਾ, ਬੀ ਲੈਂਡਰ ਹੁੰਦਾ, ਫਿਰ ਸੀ ਲੈਂਡਰ ਹੁੰਦਾ, ਉਹ ਤੋਂ ਬਾਅਦ ਪਿਓਰ ਪ੍ਰਾਈਵੇਟ ਲੈਂਡਰ ਹੁੰਦਾ ਆ। ਸੋ ਕਹਿ ਲਓ ਪ੍ਰਾਈਵੇਟ ਤੋਂ ਪਹਿਲਾਂ ਵੀ ਆਪਣੇ ਕੋਲ ਲੈਂਡਰ ਹੈਗਾ ਜਿਹਦੇ ਕੋਲ ਅੱਛੇ ਰੇਟ ਤੇ ਅੱਛੇ ਟਾਈਮ ਨਾਲ ਕਲੋਜ਼ ਹੋ ਸਕਦਾ। ਸਾਰੇ ਲੋਕ ਦਿੰਦੇ ਨਹੀਂ ਨਾ, ਦੈਟਸ ਵਾਟ ਆਮ ਸੇਇੰਗ। ਹੁਣ ਦੇਖੋ ਜੀ, ਸਭ ਨੂੰ ਇਹ ਲੱਗਦਾ 20 ਲੱਖ ਦੀ ਪ੍ਰੋਪਰਟੀ ਲੈ ਲਈ, ਸਾਰਿਆਂ ਦੇ ਕਲਾਇੰਟ ਦੇ ਮਾਈਂਡ 'ਚ ਇਹ ਆ 20% ਹੈਗਾ ਸਾਡੇ ਕੋਲ, ਕਲੋਜ਼ ਹੋ ਜਾਣੀ ਆ। ਮੈਂ ਅੱਜ ਸੋਸ਼ਲ ਮੀਡੀਆ ਤੇ ਕਹਿ ਰਹੀ ਹਾਂ ਦੇਅਰ ਇਜ਼ ਨੋ ਸੱਚ ਰੂਲ ਕਿ 20% ਤੇ ਕਲੋਜ਼ ਹੁੰਦੀ ਆ। ਜਦ ਤੁਸੀਂ 1.5 ਨੂੰ ਉੱਤੇ ਟੱਚ ਕਰ ਗਏ, ਦੇਅਰ ਇਜ਼ ਅ ਵਨ ਕਾਈਂਡ ਆਫ ਟਰਮ ਵਿਚ ਇਜ਼ ਕਾਲਡ ਸਲਾਈਡਿੰਗ ਸਕੇਲ ਟਰਮ। ਉਹਦੇ ਵਿੱਚ ਜੀ ਇਹ 20% ਤੇ ਕਲੋਜ਼ ਨਹੀਂ ਹੁੰਦੀ ਹੈਗੀ। ਮੈਂ ਸ਼ਰੇਆਮ ਕਹਿ ਰਹੀ ਹਾਂ 20% ਤੇ ਕਲੋਜ਼ ਨਹੀਂ ਹੁੰਦੀ ਹੈਗੀ। ਸੋ ਬੀ ਪ੍ਰੀਪੇਅਰ ਯੋਰਸੈਲਫ। ਜਿਹਨੇ 15 ਲੱਖ ਤੋਂ ਉੱਤੇ ਦਾ ਘਰ ਬੁੱਕ ਕਰਾਇਆ ਹੋਇਆ ਜਾਂ ਕੋਈ ਲਿਆ ਹੋਇਆ ਰੀਸੇਲ ਦੇ ਵਿੱਚ, ਬੀ ਪ੍ਰੀਪੇਅਰ ਵੀ ਉਹਦੀ 20% ਤੇ ਕਲੋਜ਼ ਨਹੀਂ ਹੋਣੀ। ਤੇ ਬਾਕੀ ਭਾਜੀ ਦੇਖੋ ਜੀ, ਇੱਕ ਬੈਂਕਰਪਸੀ ਛੱਡੋ, ਆਪਣੇ ਕੋਲ ਇਸ ਟਾਈਮ ਉਹ ਲੈਂਡਰ ਵੀ ਹੈਗੇ, ਨਾਟ ਮੇਰੇ ਕੋਲ, ਹੋ ਸਕਦਾ ਕਈਆਂ ਹੋਰ ਦੇ ਕੋਲ ਵੀ ਹੋਣ। ਇਸ ਟਾਈਮ ਲੈਂਡਰ ਹੈਗੇ ਜੀ ਜਿਹੜੇ 2 ਬੈਂਕਰਪਸੀ ਵਾਲੇ ਬੰਦੇ ਨੂੰ ਵੀ ਲੈਂਦੇ ਆ। ਸੋ ਜਿਵੇਂ ਆਪਾਂ ਕਹਿੰਦੇ ਨਾ ਕਿ ਅਗਰ ਮਾਰਕੀਟ 'ਚ ਸੇਲ ਲੱਗਦੀ ਆ, ਹੁਣ ਕ੍ਰਿਸਮਸ 'ਤੇ ਸੇਲ ਲੱਗਦੀ ਹੈ ਜੀ, ਮੌਰਗੇਜ ਦੇ ਵਿੱਚ ਵੀ ਸੇਲ ਲੱਗਦੀ ਆ, ਮੌਰਗੇਜ ਦੇ ਵਿੱਚ ਵੀ ਪ੍ਰਮੋਸ਼ਨਸ ਆਉਂਦੇ ਆ।
ਠੀਕ ਹੈ ਜੀ। ਸੋ ਕਈ ਲੈਂਡਰ ਇੱਦਾਂ ਦੇ, ਹੁਣ ਮੈਂ ਤੁਹਾਨੂੰ ਦੱਸਿਆ ਵੀ ਪ੍ਰੀ ਕੰਸਟਰਕਸ਼ਨ ਬੁੱਕ ਕਰਾਈ ਹੈ, ਕਈਆਂ ਦੇ ਕੋਲ ਪੈਸੇ ਨਹੀਂ ਹੈਗੇ ਤਾਂ ਉਹਨਾਂ ਦੇ ਕੋਲ ਇਹੋ ਜਿਹਾ ਪ੍ਰੋਡਕਟ ਹੈਗਾ ਆਪਣੇ ਕੋਲ, ਜਾਂ ਕਹਿ ਲਓ ਮੌਰਗੇਜ ਦੀ ਇੰਡਸਟਰੀ 'ਚ ਇਹੋ ਜਿਹਾ ਪ੍ਰੋਡਕਟ ਐਗਜ਼ਿਸਟ ਕਰਦਾ ਆ ਜਿਹਦੇ ਬੇਸ 'ਤੇ ਜੀ ਤੁਸੀਂ ਅਪ ਟੂ ਪਰਚੇਜ਼ ਪ੍ਰਾਈਸ ਤੱਕ ਆਪਣੀ ਲੈਂਡਿੰਗ ਲੈ ਸਕਦੇ ਆ, ਅਤੇ ਜਿਹੜਾ ਤੁਸੀਂ ਦਿੱਤਾ ਹੋਇਆ ਉਹ ਵੀ ਵਾਪਸ ਆ ਸਕਦਾ ਆ। ਬਟ ਅਗੇਨ ਆਮ ਸੇਇੰਗ ਐਵਰੀ ਸੋਲੂਸ਼ਨ ਇਜ਼ ਡਿਪੈਂਡ ਅਪੋਨ ਇੰਡੀਵਿਜੂਅਲਸ ਫਾਈਨੈਂਸਿੰਗ ਥਿੰਗਸ। ਔਰ ਦੂਸਰਾ ਇਹ ਵੀ ਹੈ ਜੀ ਕਿ ਵੈਸੇ ਤਾਂ ਹਰ ਇੰਡਸਟਰੀ 'ਚ ਹੁੰਦਾ ਹੈ ਕਿ ਜਿਹੜੇ ਬਹੁਤ ਸਾਰੇ ਪ੍ਰੋਡਕਟਸ ਅਵੇਲੇਬਲ ਨੇ, ਜਿਹੜੇ ਏਜੰਟ ਨੇ ਉਹ ਨਹੀਂ ਦੱਸਦੇ ਜੇ ਉਹਦੇ 'ਚ ਉਹਨਾਂ ਨੂੰ ਆਪ ਨੂੰ ਘੱਟ ਫਾਇਦਾ ਹੋਏ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਜੀ, ਉਹ ਜਿਹੜੇ ਹਸਬੈਂਡ ਵਾਈਫ ਦੀ ਮੈਂ ਐਗਜ਼ਾਮਪਲ ਦਿੱਤੀ ਆ। ਸੋ ਲਿਟਰਲੀ ਸ਼ੀ ਜਸਟ ਲਾਈਕ ਰੈਡੀ ਟੂ ਕਰਾਈ, ਲਾਈਕ ਉਹਨੂੰ ਸਮਝ ਨਹੀਂ ਲੱਗ ਰਹੀ ਸੀ। ਮੈਂ ਸਪੈਂਡ ਕੀਤਾ ਜੀ ਟਾਈਮ। ਮੈਂ ਕਿਉਂ ਸਪੈਂਡ ਕੀਤਾ? ਮੈਨੂੰ ਪਤਾ ਸੀ ਨਹੀਂ ਹੈਗੀ ਇਹ ਡੀਲ ਮੇਰੇ ਕੋਲ, ਪਰ ਮੈਂ ਸਟਿਲ ਟਾਈਮ ਸਪੈਂਡ ਕੀਤਾ। ਕਿਉਂ ਕੀਤਾ? ਐਜ਼ ਅ ਹਿਊਮਨ ਗਰਾਊਂਡ 'ਤੇ, ਤਾਂ ਕਿ ਮੈਂ ਉਹਨਾਂ ਨੂੰ ਵਰਡ ਬਾਈ ਵਰਡ ਦੱਸਾਂ। ਮੈਂ ਕਿਹਾ ਤੁਸੀਂ ਮੈਨੂੰ ਦੱਸੋ ਕਿੱਥੇ ਹਾਈਲਾਈਟ ਕਰਾਇਆ ਸੀ ਵੀ ਇਹ 6 ਮੰਥ ਓਪਨ 6 ਮੰਥ ਕਲੋਜ਼ ਦੀ ਮੌਰਗੇਜ ਆ, ਤੁਸੀਂ ਹਾਈਲਾਈਟ ਕਰਾਇਆ? ਅਤੇ ਮੈਂ ਕਿਹਾ ਤੁਸੀਂ ਸਮਝਦੇ ਆ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਤੁਸੀਂ ਇੱਕ ਲਾਇਰ ਦੇ ਕੋਲ ਐਡਵਾਈਸ ਲੈਣੀ ਜ਼ਰੂਰੀ ਨਹੀਂ ਸਮਝੀ ਪੰਜਾਬੀ ਦੇ ਵਿੱਚ ਵੀ ਹਾਂ ਇਹਦੇ 'ਚ ਕੀ ਟਰਮ ਹੈਗੀ ਆ ਸਾਡੀ, ਸਾਨੂੰ ਪਤਾ ਲੱਗੇ। ਹੁਣ ਦੇਖੋ ਜੀ, ਉਹਨਾਂ ਦੇ ਕੋਲ ਪਹਿਲਾਂ ਘਰ ਸੀਗਾ, ਉਹ ਵੇਚਤਾ, ਉਹਨਾਂ ਨੂੰ ਸੀ 3 ਲੱਖ ਦਾ ਪ੍ਰੋਫਿਟ ਨਿਕਲ ਜੂਗਾ, ਅੱਗੇ ਘਰ ਸਸਤਾ ਲੈ ਲਾਂਗੇ। ਘਰ ਵੇਚਿਆ, ਮਹਿੰਗਾ ਹੀ ਘਰ ਫੇਰ ਲੈ ਲਿਆ। ਮੈਨੂੰ ਇਹ ਨਹੀਂ ਸਮਝ ਲੱਗਦੀ ਫਿਰ ਵੇਚਿਆ ਹੀ ਕਿਉਂ ਸੀ? ਬਿਲਕੁਲ ਠੀਕ ਹੈ ਨਾ, ਵੇਚਿਆ ਹੀ ਕਿਉਂ ਸੀ? ਮੇਰੇ ਅਕੋਰਡਿੰਗ ਤਾਂ ਜੀ ਸਮਾਰਟ ਇਨਵੈਸਟਮੈਂਟ ਬੰਦਾ ਜਾਂ ਸਮਾਰਟ ਬੰਦਾ ਉਹ ਆ ਜਿਹੜਾ ਵਾਧੇ 'ਚ ਵੇਚੇ ਅਤੇ ਘਾਟੇ 'ਚ ਖਰੀਦੇ। ਹੁਣ ਜੇ ਤੁਸੀਂ 12 ਲੱਖ ਦਾ ਘਰ ਵੇਚਤਾ, 12 ਦਾ ਹੀ ਲੈ ਲਿਆ, ਦੈਨ ਵਾਟਸ ਅ ਪੁਆਇੰਟ? ਤੇ ਇਸ ਟਾਈਮ ਜੀ ਫਿਰ ਤੁਸੀਂ ਦੇਖੋ, ਇੱਕ ਉਹਨਾਂ ਨੂੰ ਉਸ ਟਾਈਮ ਜੀ ਸਾਡੀ ਮੱਤ ਮਾਰ ਦਿੱਤੀ ਅਸਲ 'ਚ। ਉਸ ਟਾਈਮ ਭਾਜੀ ਬਹੁਤ ਇੱਕ ਅੱਛਾ ਸੋਲੂਸ਼ਨ ਮਿਲ ਸਕਦਾ ਸੀ, ਬਟ ਦਿੱਤਾ ਨਹੀਂ ਗਿਆ ਹੈਗਾ। ਹੁਣ ਕੋਈ ਆਂਦਾ ਮੇਰੇ ਕੋਲ ਕਹਿੰਦਾ ਲਖਵੀਰ ਰੀਫਾਈਨੈਂਸ ਕਰਾ ਦਿਓ। ਹੁਣ ਮੇਰੇ 'ਚ ਜਾਂ ਤਾਂ ਮੈਂ ਉਹਨਾਂ ਦੀ ਸਾਰੀ ਮੌਰਗੇਜ ਤੜਾ ਕੇ 8,000 ਦਾ ਕਮਿਸ਼ਨ ਬਣਾ ਲਵਾਂ 8 ਲੱਖ ਦੇ ਮਗਰ, ਅਤੇ ਜਾਂ ਮੈਂ ਉਹਨਾਂ ਨੂੰ ਸਿਰਫ 2 ਲੱਖ ਦਾ ਕਮਿਸ਼ਨ 2 ਲੱਖ ਦਬਾ ਕੇ ਮੈਂ ਸਿਰਫ 3-4 ਹਜ਼ਾਰ ਬਣਾ ਲਵਾਂ। ਇਹ ਮੇਰੇ 'ਤੇ ਆ ਕਿ ਮੈਂ ਸੋਲੂਸ਼ਨ ਕੀ ਦੇਣਾ। ਦੇਖੋ ਜੀ, ਹਰੇਕ ਕੋਈ ਮਨੀ ਲਈ ਬਣਾਉਂਦਾ। ਮਨੀ ਇਜ਼ ਐਵਰੀਥਿੰਗ। I'm not saying that ਕਿ it's nothing, money is everything, but the only thing is ਵੀ ਤੁਸੀਂ ਐਜ਼ ਇੱਕ ਹਿਊਮਨ ਗਰਾਊਂਡ ਰੱਖਣਾ ਬਹੁਤ ਜ਼ਰੂਰੀ ਹੈ ਭਾਜੀ, ਬਹੁਤ ਜ਼ਰੂਰੀ ਹੈ ਹਿਊਮਨ ਗਰਾਊਂਡ ਰੱਖਣਾ। ਕਿਉਂਕਿ ਦੇਖੋ ਇੱਕ ਬੰਦੇ ਦੇ ਹੁਣ ਇਸ ਟਾਈਮ ਉਹ ਇਹ ਸਿਚੁਏਸ਼ਨ 'ਚ ਨੇਗੇ, ਨਾ ਤਾਂ ਉਹ ਘਰ ਵੇਚ ਸਕਦੇ ਆ ਅਤੇ ਨਾ ਘਰ ਨੂੰ ਅੱਗੇ ਕੰਟੀਨਿਊ ਕਰ ਸਕਦੇ ਆ। ਸੋ ਇਹੋ ਜਿਹੇ ਜਿਹੜੇ ਲੋਕ ਨੇ ਫਸੇ ਹੋਏ ਨੇ, ਦੇਖੋ ਇੱਥੋਂ ਜਿਹੜੀ ਸਾਰੀ ਗੱਲ ਇੱਥੇ ਇਹ ਨਿਬੜਦੀ ਹੈ ਕਿ ਹਰ ਪ੍ਰੋਫੈਸ਼ਨ ਦਾ ਇੱਕ ਆਪਣਾ ਧਰਮ ਹੈ, ਰਾਈਟ। ਅਤੇ ਧਰਮ ਪ੍ਰੋਫੈਸ਼ਨ ਕਰਦੇ ਆ ਉਹਨੂੰ ਇਮਾਨਦਾਰੀ ਨਾਲ, ਜਿਸ ਤਰ੍ਹਾਂ ਦਾ ਉਸ ਪ੍ਰੋਫੈਸ਼ਨ ਦਾ ਕਾਇਦਾ ਕੀਤਾ ਜਾਏ ਅਤੇ ਇਹ ਪੁੰਨ ਦਾ ਕੰਮ ਹੁੰਦਾ। ਸੋ ਤੁਸੀਂ ਮੌਰਗੇਜ ਕਰਦਿਆਂ ਵੀ ਲੋਕਾਂ ਦੀ ਹੈਲਪ ਕਰ ਸਕਦੇ ਹੋ ਜਿਹੜੇ ਫਸੇ ਹੋਏ ਲੋਕ ਨੇ, ਅਤੇ ਔਰ ਜਿਹਨਾਂ ਨੂੰ ਮਿਸਗਾਈਡ ਕੀਤਾ ਗਿਆ। ਇਸ ਟਾਈਮ ਭਾਜੀ 45 ਲੈਂਡਰਸ ਇੱਕ ਛੱਤ ਥੱਲੇ ਬੈਠੇ ਆ, ਇੱਕ ਛੱਤ ਥੱਲੇ 45 ਲੈਂਡਰ। ਤੁਸੀਂ ਇੱਕ ਟਾਈਮ ਐਪਲੀਕੇਸ਼ਨ ਪਾਉਂਦੇ ਹੋ, 45 ਲੈਂਡਰਸ ਤੁਹਾਡੀ ਐਪਲੀਕੇਸ਼ਨ 'ਤੇ ਰਿਵਿਊ ਦੇਣ ਲਈ ਰੈਡੀ ਆ। ਸੋ ਕਿਉਂ ਨਹੀਂ ਦਿੱਤਾ ਜਾਂਦਾ ਸੋਲੂਸ਼ਨ? ਅਤੇ ਫਿਰ ਜੀ 3-3 4-4 5-5 ਮਹੀਨੇ ਲਟਕਾਇਆ ਜਾਂਦਾ। ਕਿਉਂ ਨਹੀਂ ਸੋਲੂਸ਼ਨ ਦਿੱਤਾ ਜਾਂਦਾ ਜਦ ਤੁਹਾਡੇ ਕੋਲ ਹੈਗਾ ਆ? ਰਾਈਟ, ਤੁਸੀਂ ਉਹ ਸੋਲੂਸ਼ਨ ਦੇਵੋ। ਮੇਰੀ ਅੰਡਰਸਟੈਂਡਿੰਗ ਇਹ ਆ ਜੀ, ਇਹ ਨਾ ਸੋਚੋ ਇਟਸ ਅ ਵਨ ਕਲਾਇੰਟ। ਮੈਂ ਜਸਟ ਆਪਣੇ ਮੌਰਗੇਜ ਪ੍ਰੋਫੈਸ਼ਨਸ ਜਾਂ ਹਰੇਕ ਨੂੰ ਗਾਈਡ ਕਰਨਾ ਚਾਹੁੰਦੀ। ਇਹ ਨਾ ਸੋਚੋ ਇਟਸ ਅ ਵਨ ਕਲਾਇੰਟ, ਇਹ ਸੋਚੋ ਦੇਅਰ ਇਜ਼ ਮੈਨੀ ਕਲਾਇੰਟ ਬਿਹਾਈਂਡ ਦੈਮ। ਅਗਰ ਤੁਸੀਂ ਇੱਕ ਕਲਾਇੰਟ ਨੂੰ ਅੱਛੀ ਤਰ੍ਹਾਂ ਡੀਲ ਕਰੋਗੇ ਤਾਂ ਅੱਗੇ ਕਲਾਇੰਟ ਖੜੇ ਨੇ। ਹੁਣ ਮੈਂ ਕਲਾਇੰਟ ਨੂੰ ਪੁੱਛਦੀ ਹਾਂ, ਤੁਸੀਂ ਏ ਦੇ ਨਹੀਂ ਕੁਆਲੀਫਾਈ ਕਰਦੇ, ਬੀ ਦੇ ਨਹੀਂ ਕੁਆਲੀਫਾਈ ਕਰਦੇ, ਕੀ ਕਰਨਗੇ ਕਲਾਇੰਟ ਫਿਰ? ਬਿਲਕੁਲ ਜੀ। ਸੋ ਇਹੀ ਗੱਲ ਹੈ ਜੀ। ਖੈਰ ਇਹਦਾ ਸਾਰੀ ਗੱਲ ਇੱਥੇ ਨਿਬੜਤੀ ਹੈ ਕਿ ਲਰਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਹੋਰ ਕੀ ਆਪਸ਼ਨਸ ਨੇ, ਕੀ ਰਸਤੇ ਨੇ। ਦੇਖੋ ਭਾਜੀ, ਆਪਾਂ ਕਿਸੇ ਨੂੰ ਕੁਛ ਮਾੜਾ ਨਹੀਂ ਕਹਿੰਦੇ। ਹਰੇਕ ਦਾ ਬਿਜ਼ਨਸ ਆ, ਤੁਹਾਡਾ ਬਿਜ਼ਨਸ ਆ, ਮੇਰਾ ਬਿਜ਼ਨਸ ਆ, ਰੀਅਲ ਸਟੇਟ ਦਾ ਬਿਜ਼ਨਸ ਆ। ਜੇ ਆਪਾਂ ਕਹੀਏ ਵੀ ਹੁਣ ਰੀਅਲ ਸਟੇਟ ਆ ਕੇ ਆਪਾਂ ਤੋਂ ਫੋਰਸਫੁਲੀ ਤਾਂ ਸਾਈਨ ਨਹੀਂ ਕਰਾਉਂਦਾ, ਇਹ ਤਾਂ ਮੈਂ ਸ਼ੋਰ ਹਾਂ, ਨਹੀਂ ਕਰਾਉਂਦਾ ਫੋਰਸਫੁਲੀ ਆ ਕੇ ਸਾਈਨ। ਬਸ ਹਾਂ, ਇਹ ਵੀ ਉਹਨਾਂ ਦੀ ਐਡਵਰਟਾਈਜ਼ਿੰਗ ਔਰ ਮਾਰਕੀਟਿੰਗ ਆ। ਹੁਣ ਅਗਲਾ ਕੈਲਗਰੀ 'ਚ ਬਹੁਤ ਪ੍ਰੋਜੈਕਟ ਨਿਕਲਦੇ ਨੇ, ਤੁਸੀਂ ਦੇਖੋ ਵੀ ਕੀ ਤੁਸੀਂ ਅਫੋਰਡੇਬਿਲਿਟੀ 'ਚ ਹੈਗੇ ਆ। ਹੁਣ ਕਹਿੰਦੇ ਮੇਰੇ ਕੋਲ ਕਲਾਇੰਟ ਆਉਂਦੇ, ਉਹਨਾਂ ਕੋਲ $1 ਵੀ ਡਾਊਨ ਪੇਮੈਂਟ ਨਹੀਂ ਹੈਗੀ। ਬਿਲਡਰ ਨੇ ਕਹਿਤਾ ਵੀ ਜਾਂ ਤਾਂ ਕਲੋਜ਼ ਕਰ ਲਾ ਜਾਂ ਮੈਂ ਲਿਟੀਗੇਸ਼ਨ 'ਚ ਲੈ ਜਾਣਾ ਆ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਜਦੋਂ ਕਲੋਜ਼ ਵੀ ਬਾਏ ਕੀਤਾ ਸੀ ਕੁਛ ਤਾਂ ਸੋਚਿਆ ਹੀ ਹੋਊਗਾ। ਕਹਿੰਦੇ ਨਹੀਂ, ਬਸ ਕਹਿੰਦੇ 2 ਸਾਲਾਂ ਦੀ 3 ਸਾਲਾਂ ਦੀ ਗਰੰਟੀ ਸੀ ਰੈਂਟਲ ਇਨਕਮ ਦੀ, ਤਾਂ ਮੈਂ ਲੈ ਲਿਆ। ਹੁਣ ਬੰਦਾ ਇਹ ਪੁੱਛੇ ਵੀ ਰੈਂਟਲ ਇਨਕਮ ਤਾਂ ਬਾਅਦ 'ਚੋਂ ਆਊਗੀ ਜੇ ਪਹਿਲਾਂ ਕਲੋਜ਼ ਹੋਊਗਾ। ਚਲੋ ਜੀ, ਬੜੀ ਅਜੀਬ ਸਿਚੁਏਸ਼ਨ ਹੈ, ਇਹਦੇ ਬਾਰੇ ਕਿੰਨੀ ਮਰਜ਼ੀ ਲੰਬੀ ਅਸੀਂ ਗੱਲ ਕਰ ਲਈਏ। ਨਹੀਂ ਭਾਜੀ, ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ, ਜਸਟ 2 ਥਿੰਗਸ। ਇੱਕ ਤਾਂ ਜੀ ਜਿਨ੍ਹਾਂ ਨੇ ਏਕੜਾਂ 'ਚ ਪ੍ਰੋਪਰਟੀ ਲਈ ਹੈ, ਇਹ ਨਾ ਸੋਚੋ ਵੀ ਇਟਸ ਈਜ਼ੀ ਟੂ ਕਲੋਜ਼, ਇਟਸ ਵੈਰੀ ਟਫ ਟੂ ਕਲੋਜ਼। ਅਤੇ ਜੇ 10 ਏਕੜ ਦੀਆਂ ਪ੍ਰੋਪਰਟੀਆਂ ਨੇ, ਮਤਲਬ ਕਿ 10 ਏਕੜ ਵਾਲੀਆਂ ਲੈਂਡ ਵਾਲੀਆਂ ਪ੍ਰੋਪਰਟੀਆਂ ਨੇ, 9 ਪ੍ਰਾਈਵੇਟ 'ਚ ਕਲੋਜ਼ ਹੋਈਆਂ ਨੇ। ਅਨਦਰ ਥਿੰਗ, ਅਤੇ ਬਾਕੀ ਆਉਂਦੇ ਆ ਜੀ ਫਸਟ ਟਾਈਮ ਹੋਮ ਬਾਇਰਸ। ਮੇਰੇ ਕੋਲ ਆਉਂਦੇ ਆ ਜੀ, ਅਸੀਂ ਫਸਟ ਟਾਈਮ ਹੋਮ ਬਾਇਰ ਹਾਂ। ਮੈਂ ਅੱਜ ਮੂੰਹ 'ਤੇ ਕਹਿੰਦੀ ਹਾਂ ਜੀ, ਗੌਰਮੈਂਟ ਵੱਲੋਂ ਫਸਟ ਟਾਈਮ ਹੋਮ ਬਾਇਰ ਨੂੰ ਛਿੱਕੂ ਇਨਵੈਸਟਰ ਇਨਸੈਂਟਿਵਸ ਦਿੱਤੇ ਜਾਂਦੇ ਆ। ਲਾਈਕ ਇਟਸ ਕਾਈਂਡ ਆਫ ਅ ਠੇਲਾ। ਠੀਕ ਆ, 4,000 ਸਿਰਫ ਤੁਹਾਨੂੰ ਜੀ ਪ੍ਰੋਪਰਟੀ ਟੈਕਸ ਦੇ ਵਿੱਚ ਰਿਬੇਟ ਮਿਲਦੀ ਆ। ਬਾਕੀ ਜੀ RSP 'ਚੋਂ ਅਸੀਂ ਪੈਸੇ ਚੱਕਦੇ ਹਾਂ। RSP 'ਚੋਂ ਤਾਂ ਚੱਕਾਂਗੇ ਜੇ ਪਹਿਲਾਂ ਉੱਥੇ ਜੁੜਨਗੇ। ਹਾਂਜੀ, ਸਹੀ ਹੈ। ਸੋ ਲਾਈਕ ਬੀ ਪ੍ਰੀਪੇਅਰ
ਮਾਰਕੀਟ ਇਹ ਹੈਗੀ ਹੈ ਜੀ ਰੀਅਲ ਸਟੇਟ ਦੀ, ਬਟ ਇੰਨੇ ਨਾ ਫਸ ਜਾਓ ਕਿ ਕੱਲ੍ਹ ਨੂੰ ਇਹ ਚੋਂ ਨਿਕਲਣਾ ਔਖਾ ਹੋ ਜਾਵੇ। ਸੋ ਤੁਹਾਡੇ ਇਸੇ ਕਮੈਂਟ ਨਾਲ ਅਸੀਂ ਗੱਲਬਾਤ ਅੱਜ ਦੀ ਇੱਥੇ ਖਤਮ ਕਰਦੇ ਹਾਂ, ਜਾਰੀ ਰਹੇਗੀ, ਫਿਰ ਕਰਦੇ ਰਹਾਂਗੇ। No problem ਜੀ, ਬਾਕੀ- ਤੇ ਹੁਣ ਟਾਈਮ ਮੈਨੂੰ ਕਹਿ ਰਿਹਾ ਕਿ ਅਸੀਂ ਹੁਣ ਗੱਲਬਾਤ ਇੱਥੇ ਖਤਮ ਕਰੀਏ। ਬਾਕੀ ਕਿਸੇ ਨੇ ਵੀ ਐਡਵਾਈਸ ਲੈਣੀ ਹੈ, ਇਟਸ ਨਥਿੰਗ ਲਾਈਕ ਕਾਸਟ ਦੀ ਕੋਈ ਐਡਵਾਈਸ ਨਹੀਂ ਹੈਗੀ, ਬਟ ਇਹ ਜ਼ਰੂਰ ਆ ਵੀ ਆਪਣਾ ਫੋਨ ਨੰਬਰ ਦੇ ਦਿਓ, ਡੈਫੀਨੇਟਲੀ ਤੁਸੀਂ ਬੈਠੋ ਸਿਟ ਕਰੋ। ਤੇ ਮੇਰਾ ਫੋਨ ਨੰਬਰ ਹੈਗਾ ਜੀ 6472737006, ਸੋ 647 273 7006। ਥੈਂਕ ਯੂ ਸੋ ਮਚ। ਥੈਂਕ ਯੂ।